ਵੈਲਕਮ ਆ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਵਿਦ ਜੱਸੀ ਦੇ ਵਿੱਚ। ਹੋਪ ਸੋ ਸਾਰੇ ਬਹੁਤ ਵਧੀਆ ਹੋਵੋਗੇ। ਆਈ ਐਮ ਆਲਸੋ ਗੁੱਡ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਦੇਖ ਕੇ ਛੱਡਣਾ, ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਚੈਨਲ ਸਬਸਕ੍ਰਾइब करना तो बिल्कुल भी ना भूलना और बैल आइकन जरूर प्रेस करना ताकि जो भी कोई वीडियो अपलोड की जाए तो उन्होंने नोटिफिकेशन मिल सके तो इस वीडियो देख सको। और जो वीडियो फर्स्ट टाइम देख रहे रिक्वेस्ट है चैनल पर जरूर विजिट करो तो बहुत सारी वीडियोज़ पी जो कॉम्पीटिटिव एग्जाम रिगार्डिंग ਤੁਹਾਡੇ ਲਈ यूजफुल हो सकते हैं। सो उन्हें देख के चैनल लाइक शेयर चैनल सबसक्राइब जरूर करना, कमेंट जरूर करो कि ਤੁਹਾਨੂੰ वीडियो किमें दी लगी क्योंकि जो ਤੁਹਾਡੇ कमेंट्स ਹੁੰਦੇ ਇੱਕ पॉजिटिव एनर्जी ਹੁੰਦੀ ਨੇ, मोटिवेशन मिलती है, ਵਧੀਆ ਲੱਗਦਾ ਕਿ ਕੋਈ ਐਪਰੀਸ਼ੀਏਟ ਕਰਦਾ। ਸੋ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ, ਪਰ ਕਮੈਂਟ ਨਾ ਕਰਿਓ ਕਿ ਬੁੱਕ ਕਿਹੜੀ। ਇਟਸ ਮਾਈ ਹੰਬਲ ਰਿਕੁਐਸਟ। 1K ਕੰਪਲੀਟ ਹੋਣ ਤੋਂ ਬਾਅਦ ਮੈਂ ਲਾਈਵ ਕਲਾਸਿਸ ਜ਼ਰੂਰ ਪ੍ਰੋਵਾਈਡ ਕਰਵਾਉਂਗੀ ਅਤੇ ਬਲੈਕਬੋਰਡ ਦਾ ਜ਼ਰੂਰ ਯੂਜ਼ ਕਰੂੰਗੀ। ਸੋ ਹੁਣ ਮੈਨੂੰ ਬੁੱਕ ਯੂਜ਼ ਕਰਨੀ ਪੈ ਰਹੀ ਹੈ, ਕੁਝ ਪਰਸਨਲ ਰੀਜ਼ਨਸ ਵੀ ਨੇ ਮੇਰੇ। ਸੋ ਨਹੀਂ ਮੈਂ ਨੋਟਸ ਬਣਾ ਲਿਆ ਕਰਾਂ, ਪਰ ਫਿਰ ਮੈਨੂੰ ਟਾਈਮ ਦਾ ਇਸ਼ੂ ਹੋ ਜਾਂਦਾ, ਇਸ ਕਰਕੇ ਮੈਂ ਨੋਟਸ ਨਹੀਂ ਬਣਾ ਪਾਉਂਦੀ। ਜਿਵੇਂ ਕਿ ਆਪਾਂ PSTET ਅਤੇ CTET ਦੀ ਤਿਆਰੀ ਕਰ ਰਹੇ ਹਾਂ, ਰੈਗੂਲਰ ਕਲਾਸਿਸ ਲੈ ਰਹੇ ਹਾਂ। ਸੋ ਅੱਜ ਆਪਾਂ ਡੈਮੋਕ੍ਰੇਸੀ ਯਾਨੀ ਕਿ SST ਦੇ ਡੈਮੋਕ੍ਰੇਸੀ ਲੋਕਤੰਤਰ ਦੇ ਬਾਰੇ ਥੋੜ੍ਹਾ ਜਿਹਾ ਪੜ੍ਹਦੇ ਹਾਂ ਅਤੇ ਇਹਦੇ MCQs ਕਰਾਂਗੇ। ਥੋੜ੍ਹਾ ਇੱਕ ਅੱਧਾ ਬਰੀਫ ਲੈਂਦੇ ਹਾਂ। ਲੋਕਤੰਤਰ ਦਾ ਅਰਥ ਹੈ ਜਨਤਾ ਦਾ ਜਨਤਾ ਦੇ ਲਈ ਸ਼ਾਸਨ। ਕੀ ਕਹਿੰਦਾ ਜਿਹੜਾ ਲੋਕਤੰਤਰ ਹੁੰਦਾ ਵਾ ਪਬਲਿਕ ਦਾ ਪਬਲਿਕ ਦੇ ਲਈ ਸ਼ਾਸਨ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ। ਇਸ ਕਰਕੇ ਸਰਕਾਰ ਵੀ ਜਨਤਾ ਦੇ ਦੁਆਰਾ ਹੀ ਚੁਣੀ ਜਾਂਦੀ ਹੈ। ਇਸ ਲਈ ਲੋਕਤੰਤਰ ਨੂੰ ਜਨਤਾ ਦਾ ਸ਼ਾਸਨ ਕਿਹਾ ਜਾਂਦਾ ਹੈ। ਲੋਕਤੰਤਰ ਦੇ ਹੇਠ ਲਿਖੀਆਂ ਖਤਰੇ ਹਨ: ਭ੍ਰਸ਼ਟਾਚਾਰ ਅਤੇ ਰਿਸ਼ਵਤਖੋਰੀ, ਚੋਣਾਂ ਵਿੱਚ ਧੱਕੇਸ਼ਾਹੀ ਅਤੇ ਗਲਤ ਤਰੀਕਿਆਂ ਦਾ ਪ੍ਰਯੋਗ, ਰਾਜਨੀਤੀ ਵਿੱਚ ਅਪਰਾਧੀਆਂ ਦੀ ਭਾਗੀਦਾਰੀ, ਜਨਤਾ ਵਿੱਚ ਅਨਪੜ੍ਹਤਾ, ਜਾਗਰੂਕਤਾ ਦੀ ਘਾਟ, ਜਾਤੀਵਾਦੀ ਭਾਵਨਾ, ਖੇਤਰਵਾਦੀ ਭਾਵਨਾ, ਸੰਪਰਦਾਇਕਤਾ। ਅਤੇ ਲੋਕਤੰਤਰ ਦੇ ਲਈ ਚੁਣੌਤੀਆਂ ਕਿਹੜੀਆਂ ਨੇ? ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣਾ, ਜਨਤਾ ਦੀ ਜ਼ਿਆਦਾ ਭਾਗੀਦਾਰੀ ਹੋਣਾ, ਜਨਤਾ ਨੂੰ ਸਿੱਖਿਅਤ ਅਤੇ ਜਾਗਰੂਕ ਕਰਨਾ, ਜਨਤਾ ਦੇ ਪ੍ਰਤੀਨਿਧੀਆਂ ਦਾ ਜਵਾਬਦੇਹ ਹੋਣਾ, ਲੋਕਤੰਤਰ ਦੇ ਸਾਰੇ ਖਤਰਿਆਂ ਦਾ ਸਾਹਮਣਾ ਕਰਦੇ ਹੋਏ ਲੋਕ ਭਲਾਈ ਕਰਨਾ, ਲੋਕਤੰਤਰ ਦੇ ਸਾਰੇ ਖਤਰਿਆਂ ਨੂੰ ਘੱਟ ਕਰਨ ਦੇ ਲਈ ਕੋਸ਼ਿਸ਼ ਕਰਨਾ। ਭਾਰਤੀ ਨਾਗਰਿਕਾਂ ਦਾ ਲੋਕਤੰਤਰ ਵਿੱਚ ਯੋਗਦਾਨ। ਅਸੀਂ ਭਾਰਤ ਦੇ ਨਾਗਰਿਕ ਹੁੰਦੇ ਹੋਏ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਹੇਠ ਲਿਖੇ ਕੰਮ ਕਰ ਸਕਦੇ। ਨੈਤਿਕ ਆਚਰਣ ਰੱਖਣਾ, ਦੇਸ਼ ਭਗਤੀ ਦੀ ਭਾਵਨਾ ਰੱਖਣਾ, ਦੇਸ਼ ਦੇ ਪ੍ਰਤੀ ਨਾਗਰਿਕਾਂ ਦੇ ਕਰਤੱਵਾਂ ਨੂੰ ਪੂਰਾ ਕਰਨਾ, ਸਾਰੇ ਲੋਕ ਅਤੇ ਧਰਮਾਂ ਨੂੰ ਸਨਮਾਨ ਦੇਣਾ, ਲੋਕਾਂ ਨੂੰ ਉਚਿਤ ਅਤੇ ਨਿਰਪੱਖ ਤਰੀਕੇ ਨਾਲ ਮਤ ਦੇਣ ਕਰਨ ਦੇ ਲਈ ਪ੍ਰੇਰਨਾ ਦੇਣਾ, ਜਨਤਾ ਦੀਆਂ ਸਮੱਸਿਆਵਾਂ ਦੇ ਪ੍ਰਤੀ ਜਾਗਰੂਕ ਰਹਿਣਾ, ਜਨਤਾ ਨੂੰ ਲੋਕਤੰਤਰ ਦੇ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਬਣਾਉਣਾ। ਭਾਰਤੀ ਸੰਵਿਧਾਨ ਦੇ ਅਨੁਸਾਰ ਨਾਗਰਿਕਾਂ ਦੇ ਅਧਿਕਾਰ ਕਿਹੜੇ? ਭਾਰਤੀ ਸੰਵਿਧਾਨ ਦੇ ਅਨੁਸਾਰ ਨਾਗਰਿਕ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਿਕ ਮੌਲਿਕ ਅਧਿਕਾਰ ਹੇਠ ਲਿਖੇ ਹਨ। ਕਿਹੜੇ ਆ? ਮੌਕਿਆਂ ਦੀ ਸਮਾਨਤਾ, ਉਪਾਧੀਆਂ ਦੇ ਅੰਤ ਦੁਆਰਾ ਨਾਗਰਿਕ ਸਮਾਨਤਾ, ਅਭਿਵਿਅਕਤੀਆਂ ਦੀ ਸੁਤੰਤਰਤਾ, ਸਰੀਰ ਅਤੇ ਜੀਵਨ ਦੀ ਸੁਤੰਤਰਤਾ, ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਰਾਜਨੀਤਿਕ ਅਧਿਕਾਰ, ਸੰਘ ਜਾਂ ਸਭਾਵਾਂ ਬਣਾਉਣ ਦੀ ਸੁਤੰਤਰਤਾ, ਸ਼ਾਂਤੀਪੂਰਨ ਸਭਾ ਸੰਮੇਲਨ ਕਰਨ ਦੀ ਸੁਤੰਤਰਤਾ, ਭਾਸ਼ਣ ਦੀ ਸੁਤੰਤਰਤਾ, ਕਾਨੂੰਨ ਦੇ ਸਾਹਮਣੇ ਸਮਾਨਤਾ, ਸੰਵਿਧਾਨਿਕ ਉਪਚਾਰ ਦੇ ਅਧਿਕਾਰ ਅੰਤਰਗਤ ਕਾਰਜਪਾਲਿਕਾ ਨਿਯੰਤਰਣ ਦਾ ਅਧਿਕਾਰ। ਵੋਟ ਦੇਣ ਦਾ ਅਤੇ ਚੋਣ ਲੜਨ ਦਾ ਅਧਿਕਾਰ ਮੌਲਿਕ ਅਧਿਕਾਰ ਨਹੀਂ ਹੈ। ਸਮਾਜਿਕ ਅਧਿਕਾਰ ਕੀ ਹੈ? ਛੂਆ-ਛਾਤ ਦਾ ਅੰਤ, ਜਾਤੀ, ਲਿੰਗ, ਵੰਸ਼, ਜਨਮ ਸਥਾਨ ਜਾਂ ਧਰਮ ਦੇ ਆਧਾਰ 'ਤੇ ਭੇਦਭਾਵ ਨਹੀਂ ਕਰਨਾ ਚਾਹੀਦਾ ਕਿਸੇ ਦੇ ਨਾਲ ਵੀ। ਸਾਰਵਜਨਿਕ ਕਿ ਪਬਲਿਕ ਪਲੇਸ ਦੇ ਸਭ ਨੂੰ ਇਕੁਅਲ ਟ੍ਰੀਟਮੈਂਟ ਮਿਲਦਾ ਹੈ ਕਿ ਜਿਹੜਾ ਦੇਸ਼ ਵਿੱਚ ਕਿਸੇ ਵੀ ਸਥਾਨ 'ਤੇ ਨਿਵਾਸ ਦੀ ਸੁਤੰਤਰਤਾ ਹੈ। ਆਰਥਿਕ ਅਧਿਕਾਰ ਕੀ ਹੈ? ਸਰਕਾਰੀ ਨੌਕਰੀ ਵਿੱਚ ਮੌਕਿਆਂ ਦੀ ਸਮਾਨਤਾ ਹੈ, ਬਟ ਕਿਹਾ ਜਾਂਦਾ ਪਰ ਨਹੀਂ ਮਿਲਦੀ ਯਾਰ। ਨਿਯਮਾਂ ਦੇ ਅੰਤਰਗਤ ਕੋਈ ਵੀ ਵਪਾਰ ਜਾਂ ਕਾਰੋਬਾਰ ਕਰਨ ਦੀ ਸੁਤੰਤਰਤਾ, ਬਲਪੂਰਵਕ ਕੰਮ ਕਰਾਉਣਾ ਜਾਂ ਬੰਧੂ ਮਜ਼ਦੂਰੀ ਦਾ ਅੰਤ, 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਤਰਨਾਕ ਕੰਮ ਵਿੱਚ ਕਰਾਉਣ 'ਤੇ ਰੋਕ, ਧਾਰਮਿਕ ਕੰਮਾਂ ਦੇ ਲਈ ਦਾਨ ਆਦਿ 'ਤੇ ਖਰਚ ਆਮਦਨੀ ਵਿੱਚ ਛੋਟ। ਸੰਸਕ੍ਰਿਤਿਕ ਅਧਿਕਾਰ ਕੀ ਹੈ? ਸਾਡੇ ਸਾਰੇ ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੰਸਕ੍ਰਿਤੀ ਦੀ ਰੱਖਿਆ ਦਾ ਅਧਿਕਾਰ ਹੈ। ਧਾਰਮਿਕ ਘੱਟ ਗਿਣਤੀ ਨੂੰ ਆਪਣੀਆਂ ਸਿੱਖਿਆ ਸੰਸਥਾਵਾਂ ਖੋਲ੍ਹਣ ਦਾ ਅਧਿਕਾਰ ਹੈ। ਕਿਸੇ ਵੀ ਧਰਮ ਨੂੰ ਮੰਨਣ ਦਾ ਅਧਿਕਾਰ ਹੈ। ਰਾਜ ਦੀ ਨਜ਼ਰ ਵਿੱਚ ਸਾਰੇ ਧਰਮਾਂ ਨੂੰ ਇੱਕ ਸਮਾਨ ਮੰਨਿਆ ਜਾਂਦਾ ਹੈ। ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਵਿੱਚ ਸਭ ਨੂੰ ਪ੍ਰਵੇਸ਼ ਦਾ ਅਧਿਕਾਰ ਹੈ। ਸੋ ਹੁਣ ਆਪਾਂ ਇਹਦੇ MCQs ਕਰਦੇ ਹਾਂ। ਪਹਿਲਾ ਕੀ ਕਹਿੰਦੇ ਕਿ ਕਿਸ ਕਾਰਨ ਭਾਰਤ ਨੂੰ ਇਕਾਤਮਕ ਅਤੇ ਸੰਘਾਤਮਕ ਰਾਜ ਕਿਹਾ ਜਾਂਦਾ ਹੈ? ਇੱਕ, ਨਾਗਰਿਕਤਾ ਅਤੇ ਰਾਜਾਂ ਦੇ ਕੇਂਦਰ ਦੀ ਸਰਵਉੱਚਤਾ। ਹੇਠ ਲਿਖਿਆਂ ਵਿੱਚੋਂ ਭਾਰਤ ਦਾ ਨਾਗਰਿਕ ਬਣਨ ਲਈ ਕਿਹੜੀ ਇੱਕ ਸ਼ਰਤ ਨਹੀਂ ਹੈ? ਜਾਇਦਾਦ ਪ੍ਰਾਪਤ ਕਰਕੇ ਨਾਗਰਿਕਤਾ। ਨਾਗਰਿਕਤਾ ਪ੍ਰਾਪਤ ਕਰਨ ਲਈ ਸ਼ਰਤਾਂ ਤੈਅ ਕਰਨ ਲਈ ਕੌਣ ਸਮਰੱਥ ਹੈ? ਸੰਸਦ। ਕਿਸੇ ਵਿਅਕਤੀ ਲਈ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ ਘੱਟ ਕਿੰਨੇ ਸਮੇਂ ਦਾ ਨਿਵਾਸ ਲਾਜ਼ਮੀ ਹੈ? 5 ਸਾਲ ਦਾ। ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਕਿਹੜੇ ਮੌਲਿਕ ਅਧਿਕਾਰ 'ਤੇ ਸਭ ਤੋਂ ਜ਼ਿਆਦਾ ਕਾਨੂੰਨਬਾਜ਼ੀ ਹੋਈ ਹੈ? ਸੰਪੱਤੀ ਦਾ ਅਧਿਕਾਰ। ਸੰਪੱਤੀ ਦੇ ਅਧਿਕਾਰ ਨੂੰ ਕਿਹੜੇ ਸੰਸ਼ੋਧਨ ਦੁਆਰਾ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਹੈ? 44ਵੇਂ ਸੰਸ਼ੋਧਨ ਦੁਆਰਾ।
ਹੇਠ ਲਿਖਿਆਂ ਵਿੱਚੋਂ ਕਿਹੜੇ ਮੌਲਿਕ ਅਧਿਕਾਰ ਨੂੰ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਦੱਸਿਆ ਹੈ? ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੰਮਤੀ ਦਾ ਅਧਿਕਾਰ ਇਸ ਸਮੇਂ ਕੀ ਹੈ? ਇੱਕ ਕਾਨੂੰਨੀ ਅਧਿਕਾਰ। ਇੱਕ ਵਿਅਕਤੀ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ ਦੀ ਹਾਲਤ ਵਿੱਚ ਕਿਸ ਧਾਰਾ ਅਧੀਨ ਸਿੱਧਾ ਸੁਪਰੀਮ ਕੋਰਟ ਕੋਲ ਜਾ ਸਕਦਾ? ਆਰਟੀਕਲ 32। ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਤੇ ਰੋਕ ਲਗਾਈ ਜਾ ਸਕਦੀ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਆਪਾਤਕਾਲੀਨ ਦੇ ਦੌਰਾਨ। ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਅਦਾਲਤਾਂ ਜਾਰੀ ਕਰ ਸਕਦੀਆਂ ਹਨ ਰਿਟ। ਸੰਮਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕਿਸ ਦੇ ਕਾਰਜਕਾਲ ਦੌਰਾਨ ਕੱਢ ਦਿੱਤਾ ਗਿਆ ਸੀ? ਮਹਾਰਾਜਾ ਦਸਾਈ। ਨਿੱਜੀ ਸੁਤੰਤਰਤਾ ਦੇ ਅਧਿਕਾਰ ਦੀ ਪ੍ਰਾਪਤੀ ਲਈ ਇੱਕ ਨਾਗਰਿਕ ਕਿਸ ਅਥਾਰਟੀ ਦੀ ਪਹੁੰਚ ਕਰ ਸਕਦਾ? ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਵਾਂ ਦੀ। ਮੌਲਿਕ ਅਧਿਕਾਰਾਂ ਦੇ ਲਾਗੂ ਕਰਨ ਲਈ ਰਿਟਾਂ ਜਾਰੀ ਕੀਤੀਆਂ ਜਾਂਦੀਆਂ ਹਨ ਸੁਪਰੀਮ ਕੋਰਟ ਦੁਆਰਾ। ਹੇਠ ਲਿਖਿਆਂ ਵਿੱਚੋਂ ਕੌਣ ਸੰਵਿਧਾਨ ਦੁਆਰਾ ਦਿੱਤੇ ਮੌਲਿਕ ਅਧਿਕਾਰਾਂ ਨੂੰ ਸੰਸ਼ੋਧਿਤ ਕਰ ਸਕਦਾ ਹੈ? ਸੰਸਦ। ਮੌਲਿਕ ਅਧਿਕਾਰਾਂ ਦਾ ਮੁੱਖ ਉਦੇਸ਼ ਕੀ ਹੈ? ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਣਾ। ਨੈਕਸਟ ਕੁਐਸਚਨ ਕੀ ਹੈ? ਹੇਠ ਲਿਖਿਆਂ ਵਿੱਚੋਂ ਕਿਹੜੀ ਰਿਟ ਦਾ ਸ਼ਾਬਦਿਕ ਅਰਥ ਯੂ ਮੇ ਹੈਵ ਦੀ ਬੋਡੀ ਹੈ? ਹੈਬੀਅਸ ਕਾਰਪਸ। ਹੇਠ ਲਿਖਿਆਂ ਵਿੱਚੋਂ ਕਿਹੜੀ ਰਿਟ ਦਾ ਸ਼ਾਬਦਿਕ ਅਰਥ ਹੈ? ਵਾਟ ਇਜ਼ ਯੂਰ ਅਥਾਰਟੀ? ਕਿਊ ਵਾਰੰਟੋ। ਭਾਰਤੀ ਨਾਗਰਿਕਤਾ ਦੇ ਮੌਲਿਕ ਕਰਤੱਵ ਸਨ ਡੈਸ਼ ਵਿੱਚ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਸਨ 1976 ਦੇ ਵਿੱਚ। ਮੌਲਿਕ ਕਰਤੱਵਾਂ ਦੇ ਪਿੱਛੇ ਮੁੱਖ ਮਨਜ਼ੂਰੀ ਕੀ ਹੈ? ਕਾਨੂੰਨੀ। ਸੰਵਿਧਾਨ ਦੇ ਕਿਹੜੇ ਭਾਗ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਕਿਹਾ ਗਿਆ ਹੈ? ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ। ਨੈਕਸਟ ਕੁਐਸਚਨ ਕੀ ਆ? ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਰਾਜ ਤੋਂ ਕਿੰਨੀ ਉਮਰ ਤੱਕ ਦੇ ਬੱਚਿਆਂ ਦੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਸ ਕੀਤੀ ਜਾਂਦੀ ਹੈ? 14 ਸਾਲ ਤੱਕ ਦੇ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਮੰਗ ਕਰਦੇ ਹਨ ਸੰਵਿਧਾਨ ਨੂੰ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣਾਉਣ ਦੀ। ਸਮਾਜਿਕ ਅਤੇ ਰਾਜਨੀਤਿਕ ਜੀਵਨ ਪੁਸਤਕ ਕਿਸ ਪ੍ਰਕਾਰ ਦੇ ਮੁਲਾਂਕਣ ਦੀ ਹਮਾਇਤ ਕਰਦੀ ਹੈ? ਖੁੱਲ੍ਹੀ ਪੁਸਤਕ ਅਭਿਆਸ। ਪ੍ਰਤੀਨਿਧੀ ਲੋਕਤੰਤਰ ਦਾ ਮੁੱਢਲਾ ਵਿਚਾਰ ਕੀ ਹੈ? ਲੋਕ ਆਪਣੇ ਆਪ ਇਹ ਫੈਸਲਾ ਲੈਂਦੇ ਹਨ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਵਿੱਚ ਕੌਣ ਉਹਨਾਂ ਦਾ ਪ੍ਰਤੀਨਿਧੀ ਹੋਵੇਗਾ। ਜਿੱਤ ਹਿੱਤ ਜਾਚਕਾ ਕਾਰਨ ਹੈ ਨਿਆਂ ਦੀ ਵਧੇਰੀ ਪਹੁੰਚ ਹੋਈ ਹੈ। ਜਨ ਹਿੱਤ ਜਾਚਕਾ ਕਾਰਨ ਹੈ PIL ਨਿਆਂ ਦੀ ਵਧੇਰੀ ਪਹੁੰਚ ਹੋਈ ਹੈ। ਸਾਡੇ ਸਮੇਂ ਵਿੱਚ ਆਮ ਤੌਰ 'ਤੇ ਲੋਕਤੰਤਰੀ ਸਰਕਾਰ ਕਹੀ ਜਾਂਦੀ ਸੀ ਪ੍ਰਤੀਨਿਧੀ ਲੋਕਤੰਤਰ। ਰਾਜ ਸਭਾ ਦਾ ਸਭਾਪਤੀ ਕੌਣ ਹੈ? ਉਪ ਰਾਸ਼ਟਰਪਤੀ। ਭਾਰਤ ਵਿੱਚ ਰੱਖਿਆ ਸੈਨਾਵਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ ਭਾਰਤ ਦਾ ਰਾਸ਼ਟਰਪਤੀ। ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕੀਤਾ ਜਾਂਦਾ ਹੈ? 12। 44ਵੇਂ ਸੰਸ਼ੋਧਨ ਤੋਂ ਬਾਅਦ ਭਾਰਤੀ ਸੰਵਿਧਾਨ ਵਿੱਚ ਮੁੱਢਲੇ ਅਧਿਕਾਰਾਂ ਦੀ ਸੰਖਿਆ ਕਿੰਨੀ ਸੀ? 6। ਭਾਰਤੀ ਸੰਵਿਧਾਨ ਅਵਿਸ਼ਿਸ਼ਟ ਸ਼ਕਤੀਆਂ ਦਿੰਦਾ ਹੈ ਕੇਂਦਰੀ ਸਰਕਾਰ ਨੂੰ। ਸੰਘ ਦੀ ਸੂਚੀ ਵਿੱਚ ਡੈਸ਼ ਵਿਸ਼ੇ ਸ਼ਾਮਿਲ ਹਨ 99। ਰਾਜ ਸੂਚੀ ਵਿੱਚ ਡੈਸ਼ ਵਿਸ਼ੇ ਸ਼ਾਮਿਲ ਹਨ 66। ਸਮਵਰਤੀ ਸੂਚੀ ਵਿੱਚ ਡੈਸ਼ ਵਿਸ਼ੇ ਸ਼ਾਮਿਲ ਹਨ 52। ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕਤੰਤਰਿਕ ਸਰਕਾਰ ਦਾ ਮੁੱਖ ਤੱਤ ਨਹੀਂ ਹੈ? ਸਰਕਾਰ ਦਾ ਸ਼ਾਸਨ ਕਰਨ ਦਾ ਨਿਰਵਿਵਾਦ ਅਧਿਕਾਰ। ਹੇਠ ਲਿਖੇ ਕਿਹੜੇ ਦੇਸ਼ ਵਿੱਚ ਰਾਜ ਦੇ ਮੁਖੀ ਨੂੰ ਰਾਸ਼ਟਰਪਤੀ ਨਹੀਂ ਕਹਿੰਦੇ? ਜਰਮਨੀ। ਸਿੱਖਿਆ ਦਾ ਅਧਿਕਾਰ ਆਰਟੀਕਲ 21 ਦੇ ਅਧੀਨ ਜੀਵਨ ਦੇ ਅਧਿਕਾਰ ਨਾਲ ਸੰਬੰਧਿਤ ਇੱਕ ਮੁੱਢਲਾ ਅਧਿਕਾਰ ਹੈ ਕਿਉਂਕਿ ਸਿੱਖਿਆ ਗੌਰਵਮਈ ਜੀਵਨ ਲਈ ਮਦਦ ਕਰਦੀ ਹੈ। ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਸੰਚਿਤ ਨਿਧੀ ਤੋਂ ਮਦਦ ਲਈ ਗ੍ਰਾਂਟਾਂ ਡੈਸ਼ ਦੀ ਸਿਫਾਰਿਸ਼ ਤੇ ਦਿੰਦੀ ਹੈ। ਵਿੱਤ ਆਯੋਗ ਦੀ। ਸੰਵਿਧਾਨ ਵਿੱਚ ਵਰਤਿਆ ਗਿਆ ਕਥਨ ਰਾਜਾਂ ਦਾ ਸੰਘ ਡੈਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? ਕੈਨੇਡਾ ਦੇ ਸੰਵਿਧਾਨ ਤੋਂ। ਹੇਠ ਲਿਖਿਆਂ ਵਿੱਚੋਂ ਕਿਹੜਾ ਸਮਵਰਤੀ ਸੂਚੀ ਵਿੱਚ ਸ਼ਾਮਿਲ ਹੈ? ਜਨਸੰਖਿਆ ਨਿਯੰਤਰਣ ਤੇ ਪਰਿਵਾਰ ਨਿਯੋਜਨ। ਸਿੱਖਿਆ ਜੋ ਕਿ ਮੁੱਢਲੇ ਤੌਰ 'ਤੇ ਰਾਜ ਦਾ ਵਿਸ਼ਾ ਸੀ ਬਾਅਦ ਵਿੱਚ ਡੈਸ਼ ਦੁਆਰਾ ਸਮਵਰਤੀ ਸੂਚੀ ਵਿੱਚ ਸਥਾਨਾਂਤਰਿਤ ਕਰ ਦਿੱਤਾ ਗਿਆ। 42ਵੇਂ ਸੰਸ਼ੋਧਨ। ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਹੜਤਾਲ ਕਰਨ ਦਾ ਅਧਿਕਾਰ। ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰ ਮੁੱਢਲੇ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਹਨ। ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ, ਪ੍ਰਤੱਖ ਤੇ ਅਪ੍ਰਤੱਖ। ਮੁੱਖ ਪ੍ਰਤੱਖ ਲੋਕਤੰਤਰੀ ਉਪਕਰਨ ਇੱਕ ਲੋਕਮਤ ਹੈ। ਬਲਵੰਤ ਰਾਏ ਮਹਿਤਾ ਕਮੇਟੀ ਸੰਬੰਧਿਤ ਸੀ ਸਮੁਦਾਇਕ ਵਿਕਾਸ ਪ੍ਰੋਗਰਾਮ ਦੇ ਨਾਲ। ਇਹਨਾਂ ਵਿੱਚੋਂ ਕਿਹੜਾ ਪੱਖ ਵੋਟ ਪਾਉਣ ਦੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਦਾ? ਜਾਤੀਆਂ। ਭਾਰਤ ਇੱਕ ਸਰਬ ਸੱਤਾਧਾਰੀ ਦੇਸ਼ ਹੈ ਕਿਉਂਕਿ ਇੱਥੋਂ ਦੇ ਪ੍ਰਤੀਨਿਧੀ ਲੋਕਾਂ ਲਈ ਕਾਨੂੰਨ ਬਣਾਉਂਦੇ ਹਨ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਲੋਕਤੰਤਰਿਕ ਸਰਕਾਰ ਦੀ ਵਿਸ਼ੇਸ਼ਤਾ ਕਹਿੰਦੇ ਹਨ? ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੋ ਉਹਨਾਂ ਲਈ ਫੈਸਲੇ ਲੈ ਸਕਦੀ ਹੈ।
ਕਿਹੜੀਆਂ ਨੈਤਿਕ ਕਦਰਾਂ ਕੀਮਤਾਂ ਅਨੇਕਤਾ ਦੇ ਪੱਖ ਵਿੱਚ ਨਹੀਂ ਹੁੰਦੀਆਂ? ਦੂਜੇ ਧਰਮਾਂ ਲਈ ਕੋਈ ਸਨਮਾਨ ਨਹੀਂ। ਕਿਸ ਸਾਲ ਵਿੱਚ ਦੱਖਣੀ ਅਫਰੀਕਾ ਵਿੱਚ ਇੱਕ ਲੋਕਤੰਤਰਿਕ ਦੇਸ਼ ਬਣਿਆ? 1994। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਲੋਕਤੰਤਰ ਲਈ ਸਹੀ ਨਹੀਂ ਹੈ? ਕਿਸੇ ਵੀ ਤਰੀਕੇ ਨਾਲ ਚੋਣਾਂ ਕਰਵਾਉਣਾ ਕਾਫੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕੰਮ ਚੋਣ ਆਯੋਗ ਨਹੀਂ ਕਰਦਾ? ਹਲਕਿਆਂ ਦੀ ਹੱਦਬੰਦੀ ਕਰਨਾ। ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਨ ਲਈ ਕੇਂਦਰੀ ਸਰਕਾਰ ਨੇ ਡੈਸ਼ ਵਿੱਚ ਸਰਕਾਰੀ ਆਯੋਗ ਨਿਯੁਕਤ ਕੀਤਾ ਸੀ? 1983। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰੰਗ ਭੇਦ ਕਾਨੂੰਨ ਦਰਸਾਉਂਦਾ ਹੈ? ਉਹ ਕਾਨੂੰਨ ਜੋ ਦੇਸ਼ ਵਿੱਚ ਜਾਤੀ ਰੰਗ ਦੇ ਆਧਾਰ ਤੇ ਭੇਦਭਾਵ ਕਰਦਾ ਹੈ। ਭਾਰਤ ਵਿੱਚ ਸਰਕਾਰ ਦੀਆਂ ਚੋਣਾਂ ਕਿੰਨੇ ਸਾਲ ਦੇ ਬਾਅਦ ਹੁੰਦੀਆਂ ਹਨ? 5 ਸਾਲ ਦੇ। ਅਜਿਹੇ ਕਿਹੜੇ ਤਰੀਕੇ ਹਨ ਜਿਨ੍ਹਾਂ ਦੇ ਦੁਆਰਾ ਲੋਕ ਆਪਣੀ ਰਾਏ ਵਿਅਕਤ ਕਰ ਸਕਦੇ ਹਨ, ਸਰਕਾਰ ਨੂੰ ਇਹ ਸਮਝਾ ਸਕਦੇ ਹਨ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ? ਧਰਨੇ, ਹੜਤਾਲ, ਹਸਤਾਖਰ ਅਭਿਆਨ। ਉਪਰੋਕਤ ਸਾਰੇ। ਦਲਿਤ, ਆਦੀਵਾਸੀ, ਅਲਪਸੰਖਿਅਕ, ਮਹਿਲਾਵਾਂ ਅਤੇ ਹੋਰ ਲੋਕ ਸਰਕਾਰ ਵਿੱਚ ਕਿਸ ਪ੍ਰਕਾਰ ਭਾਗੀਦਾਰੀ ਕਰ ਸਕਦੇ ਹਨ? ਆਪਣੇ ਆਪ ਨੂੰ ਸਮਾਜਿਕ ਸੰਘਰਸ਼ ਵਿੱਚ ਸੰਗਠਿਤ ਕਰਕੇ। ਛੂਆਛਾਤ ਤੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਕੀ ਵਿਚਾਰ ਹੈ? ਛੂਆਛਾਤ ਖਤਮ ਹੋਣੀ ਚਾਹੀਦੀ ਹੈ ਅਤੇ ਨਿਆਂ ਤਾਂ ਹੀ ਮਿਲ ਸਕਦਾ ਹੈ ਜਦੋਂ ਸਾਰੇ ਲੋਕਾਂ ਨਾਲ ਸਮਾਨਤਾ ਦਾ ਵਿਵਹਾਰ ਹੋਵੇ। ਅੱਜ ਦੀ ਵੀਡੀਓ ਦਾ ਸੈਕਿੰਡ ਲਾਸਟ ਕੁਐਸਚਨ ਹੈ, ਅਛੂਤਾਂ ਦੇ ਲਈ ਕਿਹੜੇ ਹਾਲਾਤ ਬਣੇ ਹੋਏ ਹਨ? ਉਹਨਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਿਆ ਗਿਆ ਹੈ, ਉਹਨਾਂ ਨੂੰ ਆਵਾਜਾਈ ਅਤੇ ਸਿਹਤ ਸੁਵਿਧਾਵਾਂ ਤੋਂ ਵਾਂਝੇ ਰੱਖਿਆ ਗਿਆ ਹੈ, ਉਹਨਾਂ ਨੂੰ ਮੰਦਿਰਾਂ ਵਿੱਚ ਪੂਜਾ ਕਰਨ ਤੋਂ ਵਾਂਝੇ ਰੱਖਿਆ ਗਿਆ। ਉਪਰੋਕਤ ਸਾਰੇ। ਉਪਰੋਕਤ ਡੀ ਇਜ਼ ਦੀ ਰਾਈਟ ਆਪਸ਼ਨ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ, ਸੰਯੁਕਤ ਰਾਸ਼ਟਰ ਸੰਘ ਨੇ ਸਾਰੇ ਮਨੁੱਖਾਂ ਲਈ ਡੈਸ਼ ਤੇ ਜ਼ੋਰ ਦਿੱਤਾ ਹੈ? ਸਮਾਨਤਾ ਤੇ। ਹੋਪਸ ਵੀਡੀਓ ਤੁਹਾਡੇ ਸਭ ਦੇ ਲਈ ਯੂਸਫੁਲ ਲੱਗੀ, ਸੋ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ। ਤੁਹਾਡੇ ਸਭ ਦੇ ਪਿਆਰ ਤੇ ਸਪੋਰਟ ਦੀ ਬਹੁਤ ਹੀ ਜ਼ਰੂਰਤ ਹੈ, ਸੋ ਪਲੀਜ਼ ਸਪੋਰਟ ਮੀ ਐਂਡ ਆਲ ਦੀ ਬੈਸਟ ਆਲ ਆਫ ਯੂ ਫॉर ਦੀ ਪ੍ਰੈਪਰੇਸ਼ਨ ਆਫ PSTET exam and CTET exam। ਥੈਂਕ ਯੂ।